ਪਾਸ਼ਾ ਦੀ ਸ਼ਹੀਦੀ ਜਿਹੜੀ ਹੈ ਉਹ ਸਿਗਨੀਫਾਈ ਕਰਦੀ ਹੈ ਹਿਊਮਨ ਰਾਈਟ ਵਾਇਓਲੇਸ਼ਨ ਦੇ ਖਿਲਾਫ ਆਵਾਜ਼ ਬੁਲੰਦ ਕਰਨੀ। ਉਹ ਮੈਟਰ ਨਹੀਂ ਕਰਦਾ ਕਿ ਵਾਇਓਲੇਸ਼ਨ ਕਿਹਦੇ ਨਾਲ ਹੋ ਰਹੀ ਹੈ, ਹਿੰਦੂ ਨਾਲ ਹੋ ਰਹੀ ਹੈ, ਮੁਸਲਮਾਨ ਨਾਲ ਹੋ ਰਹੀ ਹੈ, ਕਿਸ ਨਾਲ ਵੀ ਹੋ ਰਹੀ ਹੈ, ਪਰ ਤੁਹਾਨੂੰ ਆਵਾਜ਼ ਬੁਲੰਦ ਕਰਨੀ ਹੈ। ਆਰਟੀਕਲ ਟੁੱਟਣ ਤੋਂ ਜ਼ਿਆਦਾ ਭਿਆਨਕ ਸੀ, ਖੌਫਨਾਕ ਸੀ ਕਿ ਆਰਟੀਕਲ ਤੋੜਿਆ ਕਿਸ ਤਰ੍ਹਾਂ ਗਿਆ। ਤੁਸੀਂ ਵੇਖੋ ਸਟੇਕ ਤੇ ਸਾਰੀ ਕਨਸਟੀਟਿਊਸ਼ਨ, ਸਾਰੀ ਡੈਮੋਕ੍ਰੇਸੀ, ਸਾਰਾ ਫੰਡਾਮੈਂਟਲ ਸਿਸਟਮ ਤੁਸੀਂ ਲਾਤਾ। ਹਿਊਮਨ ਲਾਈਫ ਭਾਵੇਂ ਇੱਕ ਮਿਲੀਟੈਂਟ ਦਾ ਹੋਵੇ, ਭਾਵੇਂ ਇੱਕ ਸਿਵਲਿਅਨ ਦਾ ਹੋਵੇ, ਭਾਵੇਂ ਇੱਕ ਆਰਮੀ ਵਾਲੇ ਦਾ ਹੋਵੇ, ਭਾਵੇਂ ਇੱਕ ਪੁਲਿਸ ਵਾਲੇ ਦਾ ਹੋਵੇ, ਹਿਊਮਨ ਲਾਈਫ ਜਿਹੜਾ ਅਨਫੋਰਚੂਨੇਟ ਹੈ, ਪਰ ਉਹਦੇ ਲਈ ਅਕਾਊਂਟੇਬਲ ਕੌਣ ਹੈ? ਹੋਮ ਮਿਨਿਸਟਰੀ ਤੋਂ ਲੈ ਕੇ ਪ੍ਰਾਈਮ ਮਿਨਿਸਟਰੀ ਤੱਕ ਹਰ ਇੱਕ ਨੂੰ ਕਹਿਣ ਤੋਂ ਬਾਅਦ ਵੀ ਕਸ਼ਮੀਰੀ ਸਿੱਖਾਂ ਨੂੰ ਮੈਰਿਟ ਸਟੇਟਸ ਨਹੀਂ ਦਿੱਤਾ ਜਾ ਰਿਹਾ। ਉਹਦੇ ਪਿੱਛੇ ਵਜ੍ਹਾ ਕੀ ਹੈ? ਕਿਤਨਾ ਕਿ ਮੈਨੂੰ ਲੱਗਦਾ ਉਹਦੇ ਪਿੱਛੇ ਵਜ੍ਹਾ ਇਹ ਹੈ ਕਿ ਪੰਜਾਬ ਦਾ ਜਿਹੜਾ ਸਿੱਖ ਹੈ ਉਹ ਹਮੇਸ਼ਾ ਹੀ ਹਿਊਮਨ ਰਾਈਟ ਵਾਇਓਲੇਸ਼ਨ ਦੇ ਖਿਲਾਫ ਗੱਲ ਕਰਦਾ ਹੈ, ਉਹ ਕਸ਼ਮੀਰ ਦੇ ਹਾਲਾਤਾਂ ਦੇ ਲਈ ਗੱਲ ਕਰਦਾ ਹੈ। ਕਿਤੇ ਨਾ ਕਿਤੇ ਉਹ ਜਿਹੜਾ ਭੁਗਤਣਾ ਪੈ ਰਿਹਾ ਸਾਨੂੰ ਇਸ ਕਰਕੇ, ਕਿਉਂਕਿ ਸਾਨੂੰ ਸਟੇਟਸ ਨਹੀਂ ਮਿਲ ਰਿਹਾ ਜਿਹੜਾ ਕਿ ਸਾਡੀ ਜੈਨੂਇਨ ਡਿਮਾਂਡ ਹੈ। ਸਾਡੇ ਨਾਲ ਅੰਗਦ ਸਿੰਘ ਖਾਲਸਾ ਮੌਜੂਦ ਨੇ, ਜਿਹੜੇ ਇੱਕ ਸਿੱਖ ਕਾਰਕੁਨ ਜੰਮੂ ਕਸ਼ਮੀਰ ਦੇ ਵਿੱਚ। ਉੱਥੇ ਕਸ਼ਮੀਰੀਆਂ ਦੇ ਹੱਕ ਦੀ ਆਵਾਜ਼ ਵੀ ਉਠਾਉਂਦੇ ਨੇ, ਸਿੱਖਾਂ ਦੇ ਹੱਕ ਦੀ ਆਵਾਜ਼ ਵੀ ਉਠਾਉਂਦੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅੰਗਦ ਸਿੰਘ ਖਾਲਸਾ, ਤੁਹਾਡਾ ਸਵਾਗਤ ਹੈ ਇਸ ਚੈਨਲ ਦੇ ਉੱਪਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਸ਼ਮੀਰ ਦੇ ਇਸ ਸਮੇਂ ਗਰਾਊਂਡ ਦੇ ਹਾਲਾਤ ਨੇ ਉਹਦੇ ਬਾਰੇ ਥੋੜ੍ਹਾ ਜਿਹਾ ਤੁਸੀਂ ਚਾਨਣਾ ਪਾਓ, ਕਿਉਂਕਿ ਤੁਹਾਨੂੰ ਰੀਸੈਂਟਲੀ ਬਹੁਤ ਵੀਡੀਓਜ਼ ਦੇਖੀਆਂ ਆਪਾਂ ਜਿਹਦੇ ਵਿੱਚ ਤੁਸੀਂ ਉਹਨਾਂ ਮਾਵਾਂ ਨਾਲ ਖੜੇ ਹੋ ਜਿਨ੍ਹਾਂ ਦੇ ਪੁੱਤਾਂ ਦੀਆਂ ਲਾਸ਼ਾਂ ਨਹੀਂ ਵਾਪਸ ਮਿਲੀਆਂ। ਤੁਸੀਂ ਉਹਨਾਂ ਸਿਵਿਲੀਅਨਸ ਨਾਲ ਖੜੇ ਹੋ ਜਿਨ੍ਹਾਂ ਦੇ ਸਾਹਮਣੇ ਤੁਰੇ ਜਾਂਦੇ ਨੌਜਵਾਨਾਂ ਨੂੰ ਸੜਕ ਦੇ ਵਿਚਕਾਰ ਮਾਰ ਦਿੱਤਾ ਗਿਆ। ਦੇਖੋ, ਅਸੀਂ ਕੱਲ੍ਹ ਹੀ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ਹੀਦੀ ਦਿਵਸ ਜਿਹੜਾ ਉਹ ਮਨਾ ਕੇ ਹਟੇ ਹਾਂ। ਪਾਤਸ਼ਾਹ ਦੀ ਸ਼ਹੀਦੀ ਜਿਹੜੀ ਹੈ ਉਹ ਸਿਗਨੀਫਾਈ ਕਰਦੀ ਹੈ ਹਿਊਮਨ ਰਾਈਟ ਵਾਇਓਲੇਸ਼ਨ ਦੇ ਖਿਲਾਫ ਆਵਾਜ਼ ਬੁਲੰਦ ਕਰਨੀ। ਉਹ ਮੈਟਰ ਨਹੀਂ ਕਰਦਾ ਕਿ ਵਾਇਓਲੇਸ਼ਨ ਕਿਹਦੇ ਨਾਲ ਹੋ ਰਹੀ ਹੈ, ਹਿੰਦੂ ਨਾਲ ਹੋ ਰਹੀ ਹੈ, ਮੁਸਲਮਾਨ ਨਾਲ ਹੋ ਰਹੀ ਹੈ, ਕਿਸ ਨਾਲ ਵੀ ਹੋ ਰਹੀ ਹੈ, ਪਰ ਤੁਹਾਨੂੰ ਆਵਾਜ਼ ਬੁਲੰਦ ਕਰਨੀ ਹੈ। ਮੈਂ ਕਸ਼ਮੀਰ 'ਚ ਸ਼ੁਰੂ ਤੋਂ ਇੱਕ ਚੀਜ਼ ਵੇਖੀ ਹੈ ਕਿ ਹਾਲਾਤ ਖਰਾਬ ਨੇ, ਤੇ ਰਾਜ ਪਾਕਿਸਤਾਨ ਦਾ ਨਹੀਂ ਚੱਲ ਰਿਹਾ, ਰਾਜ ਇੰਡੀਆ ਦਾ ਚੱਲ ਰਿਹਾ। ਤੇ ਮੇਰਾ ਸਵਾਲ ਵੀ ਜਿਹੜਾ ਇੰਡੀਆ ਤੋਂ ਹੀ ਬਣਦਾ ਕਿ ਹਾਲਾਤ ਖਰਾਬ ਕਿਉਂ ਨੇ, ਤੇ ਕਰਨਾ ਵੀ ਸਾਡਾ ਫਰਜ਼ ਹੈ। ਸਾਡਾ ਨਹੀਂ, ਹਰ ਇੱਕ ਦਾ ਫਰਜ਼ ਹੈ। ਜਦੋਂ ਅਸੀਂ ਜੰਮੂ ਕਸ਼ਮੀਰ ਨੂੰ ਸਟੱਡੀ ਕਰਦੇ ਹਾਂ ਨਾ, ਜੰਮੂ ਕਸ਼ਮੀਰ ਦੇ 3 ਖਿੱਤੇ ਨੇ, ਜੰਮੂ ਕਸ਼ਮੀਰ ਤੇ ਲਦਾਖ, ਤੇ ਤਿੰਨਾਂ ਖਿੱਤਿਆਂ ਦੀ ਇੱਕ ਅਲੱਗ-ਅਲੱਗ ਸਿਆਸਤ ਹੈ, ਇੱਕ ਅਲੱਗ-ਅਲੱਗ ਪਰਸੈਪਸ਼ਨ ਹੈ, ਅਲੱਗ-ਅਲੱਗ ਨੈਰੇਟਿਵ ਹੈ, ਤੇ ਅਲੱਗ-ਅਲੱਗ ਐਸਪੀਰੇਸ਼ਨ ਵੀ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਤਿੰਨਾਂ ਖਿੱਤਿਆਂ ਨੂੰ ਇੱਕ ਸੀਰੀਅਸ ਵੇ ਨਾਲ ਐਡਰੈਸ ਨਹੀਂ ਕੀਤਾ ਜਾ ਰਿਹਾ। ਹੁਣ ਮੈਂ ਜ਼ਿਆਦਾ ਡੀਪ ਨਾ ਜਾਵਾਂ ਕਿ 47 'ਚ ਕੀ ਹੋਇਆ, ਫਿਰ 90 'ਚ ਕੀ ਹੋਇਆ, ਇਲੈਕਸ਼ਨ ਰੇਗ ਹੋਏ, ਤੁਸੀਂ ਸਦਰ ਰਿਆਸਤ ਤੋਂ ਕਸ਼ਮੀਰ ਦਾ ਜਿਹੜਾ ਇੰਨਾ ਸਟਰੋਂਗ ਫੰਡਾਮੈਂਟਲ ਸਿਸਟਮ ਸੀ, ਫੈਡਰਲ ਸਿਸਟਮ ਜਿਹਨੂੰ ਤੁਸੀਂ ਇੰਨਾ ਵੀਕ ਕਰ ਦਿੱਤਾ। ਮੈਂ ਤੁਹਾਨੂੰ ਗੱਲ ਕਰਾਂ 2019 ਦੀ। 2019 ਦੇ ਵਿੱਚ ਆਰਟੀਕਲ ਜਿਹੜਾ ਐਬਰੋਗੇਟ ਕੀਤਾ ਗਿਆ। ਆਰਟੀਕਲ ਟੁੱਟਣ ਤੋਂ ਜ਼ਿਆਦਾ ਭਿਆਨਕ ਸੀ, ਖੌਫਨਾਕ ਸੀ ਕਿ ਆਰਟੀਕਲ ਤੋੜਿਆ ਕਿਸ ਤਰ੍ਹਾਂ ਗਿਆ। ਤੁਸੀਂ ਵੇਖੋ ਸਟੇਕ ਤੇ ਸਾਰੀ ਕਨਸਟੀਟਿਊਸ਼ਨ, ਸਾਰੀ ਡੈਮੋਕ੍ਰੇਸੀ, ਸਾਰਾ ਫੰਡਾਮੈਂਟਲ ਸਿਸਟਮ ਤੁਸੀਂ ਲਾਤਾ। ਤੁਸੀਂ 6-6 ਮਹੀਨੇ ਲੋਕਾਂ ਦੇ ਇੰਟਰਨੈਟ ਨੈਟਵਰਕ, ਫੋਨ ਨੈਟਵਰਕ ਸਾਰੇ ਕੱਟਦੇ। ਤੁਸੀਂ ਇੱਕ ਚੀਜ਼ ਇਮੈਜਿਨ ਕਰੋ ਕਿ ਤੁਹਾਡੇ ਕੋਈ ਕਾਲਨੀ 'ਚ ਕਿਸੇ ਦੀ ਡੈਥ ਹੋ ਜਾਂਦੀ ਹੈ ਤੇ ਯੂ ਹੈਵ ਟੂ ਟਰੈਵਲ ਮੋਰ ਦੈਨ 300-400 ਕਿਲੋਮੀਟਰਸ ਕਿ ਤੁਸੀਂ ਲੋਕਾਂ ਨੂੰ ਕਹਿ ਸਕੋ ਕਿ ਸਾਡੇ ਫੈਮਿਲੀ 'ਚ ਕਿਸੇ ਮੈਂਬਰ ਦੀ ਡੈਥ ਹੋ ਗਈ ਹੈ। ਇੱਦਾਂ ਦੇ ਹਾਲਾਤ ਪੈਦਾ ਕਰਕੇ ਤੁਸੀਂ ਨਹੀਂ ਐਕਸੈਪਟ ਕਰ ਸਕਦੇ ਕਿ ਅਮਨ ਹੋਵੇ, ਪੀਸ ਹੋਵੇ। ਹੁਣ ਇਹ ਤਾਂ ਇਹ ਗੱਲ ਚੱਲਦੀ ਹੈ ਕਿ ਕਸ਼ਮੀਰ ਦੇ ਵਿੱਚ ਨੌਜਵਾਨ ਰੈਡੀਕਲਾਈਜ਼ ਨੇ, ਏਲੀਨਾਈਜ਼ ਨੇ। ਡੈਫੀਨੇਟਲੀ ਹੋਣਗੇ। ਕਿਉਂ ਹੋਣਗੇ? ਜਦੋਂ ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ, ਕਿਸੇ ਵੀ ਖਿੱਤੇ ਵਿੱਚ ਉਹ ਵੀਡੀਓਆਂ ਜਦੋਂ ਵਾਇਰਲ ਹੁੰਦੀਆਂ ਨੇ ਕਿ ਇੱਕ ਮੁਸਲਮਾਨ ਦੀ ਦਾੜੀ ਫੜੀ ਜਾਂਦੀ ਹੈ, ਤੁਹਾਨੂੰ ਕਿਹਾ ਜਾਂਦਾ ਜੈ ਸ਼੍ਰੀ ਰਾਮ ਕਹਿ। ਇਹੋ ਜਿਹੇ ਇਮੇਜ ਜਦੋਂ ਮੀਡੀਆ ਦੇ ਵਿੱਚ ਹੁੰਦੇ ਨੇ ਤੇ ਡੈਫੀਨੇਟਲੀ ਸਿੱਧੀ ਗੱਲ ਹੈ ਕਿ ਨੌਜਵਾਨ ਜਿਹੜਾ ਰੈਡੀਕਲਾਈਜ਼ ਹੋਏਗਾ ਹੀ। ਹੋਰ ਸਾਡਾ ਬਾਰ-ਬਾਰ ਜਿਹੜਾ ਸਵਾਲ ਰਹਿੰਦਾ ਹੈ ਉਹ ਗਵਰਨਮੈਂਟ ਆਫ ਇੰਡੀਆ ਤੋਂ ਰਹਿੰਦਾ ਹੈ, ਕਿਉਂਕਿ ਅਸੀਂ ਸਵਾਲ ਵੀ ਕਰਦੇ ਹਾਂ ਕਨਸਟੀਟਿਊਸ਼ਨ ਆਫ ਇੰਡੀਆ ਦੇ ਅੰਡਰ ਕਰਦੇ ਹਾਂ, ਤੇ ਕਨਸਟੀਟਿਊਸ਼ਨ ਆਫ ਇੰਡੀਆ ਦੇ ਅੰਡਰ ਸਾਡੇ ਸਵਾਲ ਰਹਿੰਦੇ ਨੇ ਕਿ ਜੇ ਕਿਤੇ ਇਨਕਾਊਂਟਰ ਹੋਇਆ ਹੈ, ਦੈਟਸ ਅਨਫੋਰਚੂਨੇਟ। ਹਿਊਮਨ ਲਾਈਫ ਭਾਵੇਂ ਇੱਕ ਮਿਲੀਟੈਂਟ ਦਾ ਹੋਵੇ, ਭਾਵੇਂ ਇੱਕ ਸਿਵਲਿਅਨ ਦਾ ਹੋਵੇ, ਭਾਵੇਂ ਇੱਕ ਆਰਮੀ ਵਾਲੇ ਦਾ ਹੋਵੇ, ਭਾਵੇਂ ਇੱਕ ਪੁਲਿਸ ਵਾਲੇ ਦਾ ਹੋਵੇ, ਹਿਊਮਨ ਲਾਈਫ ਜਿਹੜਾ ਅਨਫੋਰਚੂਨੇਟ ਹੈ, ਪਰ ਉਹਦੇ ਲਈ ਅਕਾਊਂਟੇਬਲ ਕੌਣ ਹੈ? ਤੁਸੀਂ ਮੇਰੇ ਫੋਰਫਾਦਰ ਜਿਹੜੇ ਨੇ, ਗ੍ਰੈਂਡ ਫੋਰਫਾਦਰਸ, ਉਹ ਵੇਖ ਰਹੇ ਨੇ ਹਾਲਾਤ ਸੇਮ ਇੱਦਾਂ ਨਹੀਂ ਨੇ, ਰਿਜ਼ੋਲਵ ਨਹੀਂ ਹੋ ਰਿਹਾ, ਤੇ ਅਸੀਂ ਪੁੱਛਾਂਗੇ ਕਿਹਨੂੰ? ਤੁਸੀਂ ਬਾਰ-ਬਾਰ ਇੱਕ ਨਵੀਂ ਥਿਓਰੀ ਲੈ ਕੇ ਆ ਜਾਂਦੇ ਹੋ ਕਿ ਹੁਣ ਆਰਟੀਕਲ ਤੋੜ ਦਿਓ, ਹਾਲਾਤ ਠੀਕ ਹੋ ਜਾਣਗੇ, ਕਦੇ ਕੁਝ ਕਰ ਦਿਓ, ਆਰਟੀਕਲ ਹਾਲਾਤ ਠੀਕ ਹੋ ਜਾਣਗੇ। ਤੁਹਾਡੇ ਕੋਲੋਂ ਨਹੀਂ ਹੋ ਰਿਹਾ। ਬਾਰ-ਬਾਰ ਜਿਹੜੇ ਪੋਲੀਟੀਕਲ ਐਕਸਪੈਰੀਮੈਂਟ ਫੇਲ ਹੋ ਰਹੇ ਨੇ, ਤੇ ਮਿਸਰੀਜ਼ ਜਿਹੜੀਆਂ ਉਹ ਅਸੀਂ ਵੇਖ ਰਹੇ ਹਾਂ, ਫੇਸ ਕਸ਼ਮੀਰੀ ਕਰ ਰਹੇ ਨੇ, ਜੰਮੂ ਦੇ ਲੋਕ ਕਰ ਰਹੇ ਨੇ, ਲਦਾਖ ਦੇ ਲੋਕ ਕਰ ਰਹੇ ਨੇ, ਤੇ ਇਸ ਕਰਕੇ ਬਾਰ-ਬਾਰ ਸਾਨੂੰ ਆਵਾਜ਼ ਬੁਲੰਦ ਕਰਨੀ ਪੈਣੀ ਹੈ ਕਿ ਯੂ ਆਰ ਅਕਾਊਂਟੇਬਲ, ਯੂ ਹੈਵ ਟੂ ਆਨਸਰ। ਕਿਉਂਕਿ ਤੁਹਾਡੇ ਪੋਲੀਟੀਕਲ ਐਕਸਪੈਰੀਮੈਂਟ ਫੇਲ ਹੁੰਦੇ ਨੇ ਤੇ ਤਾਂ ਜਾ ਕੇ ਸਾਡੇ ਫਿਊਚਰ ਇੰਨੇ ਖਰਾਬ ਹੁੰਦੇ ਨੇ, ਸਾਡਾ ਹਿਊਮਨ ਲਾਈਫ ਹੁੰਦਾ ਹੈ। ਹੋਰ ਵੀ ਸਿੱਖ ਨੌਜਵਾਨ ਨੇ ਕਸ਼ਮੀਰ ਦੇ ਵਿੱਚ। ਅੰਗਦ ਸਿੰਘ ਖਾਲਸਾ ਇਸ ਲਾਈਨ 'ਚ ਕਿਵੇਂ ਆਏ? ਇਹ ਜਿਹੜਾ ਹੁਣ ਇੱਕ ਚਿਹਰਾ ਬਣ ਰਹੇ ਨੇ ਉੱਥੇ, ਮਨੁੱਖੀ ਅਧਿਕਾਰਾਂ ਦਾ ਇੱਕ ਆਵਾਜ਼ ਬਣ ਰਹੇ ਨੇ, ਅੰਗਦ ਸਿੰਘ ਖਾਲਸਾ ਨੂੰ ਕਿਹੜੀ ਚੀਜ਼ ਇਸ ਪਾਸੇ ਲੈ ਕੇ ਆਈ? ਦੇਖੋ, ਮੇਰੀ ਜਿਹੜੀ ਹੈ ਨਾ ਇੱਕ ਐਸਪੀਰੇਸ਼ਨ ਰਹੀ ਹੈ, ਜਿਹੜੀ ਇੱਕ ਸੈਂਟੀਮੈਂਟ ਰਹੀ ਹੈ, ਉਹ ਰਹੀ ਹੈ ਪੰਜਾਬ ਦੀ ਜਿਹੜੀ ਇੱਕ ਬਹੁਤ ਵੱਡੀ ਸੋਲ ਹੈ, ਜਿਹਨੂੰ ਅਸੀਂ ਕਹਾਂਗੇ ਜਿਹਨੇ ਆਵਾਜ਼ ਬੁਲੰਦ ਕੀਤੀ ਹੈ ਮਨੁੱਖੀ ਅਧਿਕਾਰਾਂ ਦੀ, ਭਾਈ ਜਸਵੰਤ ਸਿੰਘ ਖਾਲੜਾ। ਤੇ ਸੇਮ ਜਿਹੜਾ ਉਹਨਾਂ ਦਾ ਪਰਸਪੈਕਟਿਵ ਹੈ, ਮੈਂ ਵੀ ਉਹ ਲੈ ਕੇ ਚੱਲ ਰਿਹਾ। ਤੇ ਦੂਜੀ ਗੱਲ, ਪੰਜਾਬ ਨੇ ਵੀ ਇੱਕ ਬਹੁਤ ਵੱਡਾ ਕਨਫਲਿਕਟ ਵੇਖਿਆ ਹੈ। ਸਿੱਖ ਭਾਵੇਂ ਕਿਤੇ ਹੀ ਵਸਦਾ ਹੋਵੇ, ਉਹਦਾ ਜਿਹੜਾ ਇੱਕ
ਬੈਕ ਹੈ ਜਿਹਦਾ ਉਹਦਾ ਮੁੜ ਹੈ ਉਹ ਪੰਜਾਬ ਹੈ ਤੇ ਪੰਜਾਬ ਨੇ ਇੱਕ ਬਹੁਤ ਵੱਡਾ ਕਨਫਲਿਕਟ ਵੇਖਿਆ ਹੈ ਤੇ ਕਿਤੇ ਨਾ ਕਿਤੇ ਅਸੀਂ ਸਿੰਪਥਾਈਜ਼ ਹੁੰਦੇ ਆ ਉੱਥੇ ਹਾਲਾਤ ਵੇਖ ਕਿ ਯਾਰ ਸਾਡੀ ਕੌਮ ਨੇ ਵੀ ਇਹੋ ਜਿਹੇ ਹਾਲਾਤ ਵੇਖੇ ਨੇ। ਸਾਡੀ ਕੌਮ ਨੇ ਆਪਰੇਸ਼ਨ ਬਲੂ ਸਟਾਰ ਵੇਖਿਆ, ਆਪਰੇਸ਼ਨ ਰੋਡਜ਼ਵੁੱਡ, ਆਪਰੇਸ਼ਨ ਬਲੈਕ ਥੰਡਰ, ਆਪਰੇਸ਼ਨ ਨਾਈਟ ਡੋਮਿਨਸ, ਆਪਰੇਸ਼ਨ ਸ਼ੁੱਧੀਕਰਨ, ਇਹਦੇ ਵਿੱਚ ਕਾਫੀ ਜ਼ਿਆਦਾ ਹਿਊਮਨ ਰਿਵੋਲੂਸ਼ਨ ਹੋਈ ਹੈ ਤੇ ਅਸੀਂ ਉਹ ਹਾਲਾਤ ਸਮਝ ਸਕਦੇ ਹਾਂ ਕਿ ਕੀ ਦੂਜੀ ਕੌਮਾਂ ਤੇ ਵੀ ਬੀਤ ਰਹੀ ਹੈ। ਇਵਨ ਨਾਟ ਓਨਲੀ ਮੁਸਲਿਮਸ, ਜਦੋਂ ਦਲਿਤ ਸੇ ਕੁਝ ਹੁੰਦਾ ਸੀ ਆਵਾਜ਼ ਬੁਲੰਦ ਕਰਦੇ ਹਾਂ। ਕਸ਼ਮੀਰ 'ਚ ਪੰਡਤ ਮਾਰੇ ਗਏ, ਸਿਵਲ ਕਿਲਿੰਗਸ ਹੋਈਆਂ, ਕੋਈ ਜਸਟੀਫਾਈ ਨਹੀਂ ਕਰ ਸਕਦਾ, ਅਸੀਂ ਬੋਲਦੇ ਰਹੇ। ਤੇ ਜਿੱਦਾਂ ਦੇ ਵੀ ਹਾਲਾਤ ਹੋਏ, ਜੋ ਵੀ ਲੋਕ ਮਾਰੇ ਗਏ, ਅਸੀਂ ਕਿਹਾ ਕਿ ਨਹੀਂ ਇਹਦੀ ਰਿਜ਼ੋਲਵਮੈਂਟ ਹੋਣੀ ਚਾਹੀਦੀ। ਅਸੀਂ ਕਈ ਬਹੁਤ ਵੱਡੀ ਰੈਡੀਕਲ ਗੱਲ ਨਹੀਂ ਕਰ ਰਹੇ ਸੀ, ਕਹਿੰਦੇ ਕਿ ਹਾਲਾਤਾਂ ਦੀ ਰਿਜ਼ੋਲਵਮੈਂਟ ਹੋਵੇ। ਤੁਸੀਂ ਬਾਹਰ ਦੇਖੋ, ਹੁਣ ਇੱਕ ਚੀਜ਼ ਸਾਨੂੰ ਸਮਝਣੀ ਪਏਗੀ, ਯੂਪੀ ਦੀ ਇਲੈਕਸ਼ਨ ਹੁੰਦੀ ਹੈ ਤੇ ਨਾ ਵਰਤਿਆ ਜਾਂਦਾ ਕਸ਼ਮੀਰ ਦਾ। ਇਲੈਕਸ਼ਨ ਬਿਹਾਰ ਦੀ ਹੁੰਦੀ ਤੇ ਨਾ ਵਰਤਿਆ ਜਾਂਦਾ ਕਸ਼ਮੀਰ ਦਾ। ਕਿਉਂ? ਕਸ਼ਮੀਰ ਤੁਹਾਡੀ ਵੋਟ ਬੈਂਕ ਲਈ ਤੁਸੀਂ ਕਸ਼ਮੀਰੀਆਂ ਨੂੰ ਸਟੇਕ ਤੇ ਰੱਖ ਰਹੇ ਹੋ, ਤੁਸੀਂ ਉੱਥੇ ਦੇ ਹਾਲਾਤ ਖਰਾਬ ਕਰ ਰਹੇ ਹੋ। ਫਿਊਚਰ ਤੁਸੀਂ ਸਾਡੇ ਖਰਾਬ ਕਰ ਦਿੱਤੇ। ਭਾਵੇਂ ਕਸ਼ਮੀਰ 'ਚ ਇੱਕ ਹਿੰਦੂ ਰਹਿੰਦਾ, ਮੁਸਲਮਾਨ ਰਹਿੰਦਾ, ਸਿੱਖ ਰਹਿੰਦਾ, ਬੱਚੇ 4-4 ਸਾਲ ਤੋਂ ਸਕੂਲ ਨਹੀਂ ਗਏ, 3 ਸਾਲ ਕੋਵਿਡ ਕਰ ਰਹੇ, 1 ਸਾਲ ਹਾਲਾਤ ਖਰਾਬ ਹੋਣ ਕਰਕੇ ਮੇਰੀ ਆਪਣੀ ਜਿਹੜੀ ਸਟੱਡੀ ਹੈ ਉਹ ਸਪਾਇਲ ਹੋਈ ਹੈ। ਮੇਰੇ 2-2 3-3 ਸਾਲ ਕੱਟ ਹੋਏ ਨੇ, ਕੰਟੀਨਿਊ ਸਟ੍ਰਾਈਕ ਰਹੀ ਹੈ, ਐਸਟੇਸ਼ਨਸ ਰਹੇ ਨੇ ਤੇ ਹਾਲਾਤ ਜਿਹੜੇ ਨੇ ਬਾਰ-ਬਾਰ ਤੁਸੀਂ ਦਾਅਵਾ ਕਰਦੇ ਹੋ ਕਿ ਠੀਕ ਹੋ ਜਾਣਗੇ ਵਿਦਨ 2 ਮੰਥ, ਵਿਦਨ 1 ਮੰਥ ਤੁਸੀਂ ਸੀਜ਼ ਲਾ ਦਿਓ ਤੇ ਹਾਲਾਤ ਸੇਮ ਹੀ ਨੇ। ਹੁਣ ਵੇਖੋ 90 ਦੇ ਵਿੱਚ ਜਿਹੜੇ ਕਸ਼ਮੀਰ 'ਚ ਬਿਹਾਰੀ ਕੰਮ ਕਰ ਰਹੇ ਸੀ, ਉਹ ਆਪਣੇ ਸਟਰੀਟ ਫੂਡਸ ਦਾ ਵਗੈਰਾ ਵਗੈਰਾ, ਉਹ 90 'ਚ ਨਹੀਂ ਗਏ ਜਦੋਂ ਮਿਲੀਟੈਂਸੀ ਪੀਕਸ ਤੇ ਸੀ। ਉਸ ਟਾਈਮ ਨਹੀਂ ਗਏ ਜਦੋਂ ਕਸ਼ਮੀਰ 'ਚ ਗਨ ਕਲਚਰ ਜਿਹੜਾ ਉਹ ਬਹੁਤ ਆਮ ਸੀ। ਪਰ ਅੱਜ ਜਿਹੜਾ ਨਇਆ ਕਸ਼ਮੀਰ ਦਾ ਦਾਅਵਾ ਕੀਤਾ ਜਾਂਦਾ ਕਿ ਆਰਟੀਕਲ ਟੁੱਟਣ ਨਾਲ ਕਸ਼ਮੀਰ 'ਚ ਜਿਹੜਾ ਹੈ ਉਹ ਬਹੁਤ ਵੱਡਾ ਇੱਕ ਕੋਈ ਤੁਸੀਂ ਕਰ ਲਓ ਕਿ ਚੇਂਜ ਹੋ ਗਿਆ ਹੈ। ਅੱਜ ਉਹ ਲੋਕ ਕਸ਼ਮੀਰ ਛੱਡ ਕੇ ਜਾ ਰਹੇ ਨੇ, ਬਹੁਤ ਅਨਫੋਰਚੂਨੇਟ ਹੈ। ਕਸ਼ਮੀਰ ਦੇ ਵਿੱਚ ਐਡਰੈਸਮੈਂਟ ਨਹੀਂ ਹੋ ਰਹੀ ਤੇ ਖਾਸ ਤੌਰ ਤੇ ਮੈਂ ਬੀਇੰਗ ਕਸ਼ਮੀਰੀ ਸਿੱਖ ਤੇ ਗੱਲ ਨੋਟ ਕਰਾਦਾ ਕਿ ਕਸ਼ਮੀਰੀ ਸਿੱਖਾਂ ਦੀ ਬੜੀ ਜੈਨੂਇਨ ਡਿਮਾਂਡ ਸੀ ਅੱਜ ਤੋਂ ਕਾਫੀ ਸਾਲ ਪਹਿਲੇ ਤੋਂ ਉਹਦੇ ਲਈ ਸਟਰਗਲ ਕਰ ਰਹੇ ਨੇ ਕਿ ਸਾਨੂੰ ਮਾਈਨੋਰਿਟੀ ਸਟੇਟਸ ਦਿੱਤਾ ਜਾਵੇ, ਕਿਉਂਕਿ ਸਾਡੀ ਗਿਣਤੀ ਜੋ ਹੈ ਕਸ਼ਮੀਰ ਦੇ ਵਿੱਚ ਬਹੁਤ ਘੱਟ ਹੈ ਤੇ ਸਾਡਾ ਹੱਕ ਬਣਦਾ ਕਿ ਆਲ ਓਵਰ ਇੰਡੀਆ ਦੇ ਮਾਈਨੋਰਿਟੀ ਸਟੇਟਸ ਹੈ ਤੇ ਸਿੱਖਾਂ ਨੂੰ ਦਿੱਤਾ ਜਾਵੇ, ਜਿਹਦੇ ਵਿੱਚ ਸਾਡੀ ਰਿਜ਼ਰਵੇਸ਼ਨ ਹੋਏਗੀ ਜੌਬਸ ਦੇ ਵਗੈਰਾ ਵਗੈਰਾ, ਤਾਂ ਕਿ ਅਸੀਂ ਜਿਹੜਾ ਆਪਣੇ ਬੱਚਿਆਂ ਨੂੰ ਇੱਥੇ ਸਟੇਬਿਲਿਟੀ ਨਾਲ ਵਸਾ ਸਕੀਏ। ਕਿਉਂਕਿ ਹਾਲਾਤ ਵੀ ਠੀਕ ਨਹੀਂ ਨੇ। ਤੁਸੀਂ ਬਿਜ਼ਨਸ ਕਰੋਗੇ ਤਾਂ ਕਰੋਗੇ ਕਿਸ ਤਰ੍ਹਾਂ? ਸਟੇਟ ਫੇਲ ਹੋਈ ਹੈ, ਤੁਸੀਂ ਬਿਜ਼ਨਸ ਕਰ ਨਹੀਂ ਸਕਦੇ। ਤੁਸੀਂ ਬਿਜ਼ਨਸ ਕਰੋਗੇ ਤਾਂ ਯੂ ਹੈਵ ਟੂ ਫੇਸ ਦਿਸ ਲਾਸ, ਕਿਉਂਕਿ ਹਾਲਾਤ ਠੀਕ ਨਹੀਂ ਨੇ। ਪਰ ਬਾਰ-ਬਾਰ ਡਿਮਾਂਡਾਂ ਜਿਹੜੀਆਂ ਨੇ ਅੱਗੇ ਰੱਖਣ ਤੋਂ ਬਾਅਦ ਵੀ ਹੋਮ ਮਿਨਿਸਟਰੀ ਤੋਂ ਲੈ ਕੇ ਪ੍ਰਾਈਮ ਮਿਨਿਸਟਰੀ ਤੱਕ ਹਰ ਇੱਕ ਨੂੰ ਕਹਿਣ ਤੋਂ ਬਾਅਦ ਵੀ ਕਸ਼ਮੀਰੀ ਸਿੱਖਾਂ ਨੂੰ ਮਾਈਨੋਰਿਟੀ ਸਟੇਟਸ ਨਹੀਂ ਦਿੱਤਾ ਜਾ ਰਿਹਾ। ਉਹਦੇ ਪਿੱਛੇ ਵਜ੍ਹਾ ਕੀ ਹੈ? ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹਦੇ ਪਿੱਛੇ ਵਜ੍ਹਾ ਇਹ ਹੈ ਕਿ ਪੰਜਾਬ ਦਾ ਜਿਹੜਾ ਸਿੱਖ ਹੈ ਉਹ ਹਮੇਸ਼ਾ ਹੀ ਹਿਊਮਨ ਰਾਈਟ ਵਾਇਓਲੇਸ਼ਨ ਦੇ ਖਿਲਾਫ ਗੱਲ ਕਰਦਾ ਹੈ, ਉਹ ਕਸ਼ਮੀਰ ਦੇ ਹਾਲਾਤਾਂ ਦੇ ਲਈ ਗੱਲ ਕਰਦਾ ਹੈ। ਕਿਤੇ ਨਾ ਕਿਤੇ ਉਹ ਜਿਹੜਾ ਭੁਗਤਣਾ ਪੈ ਰਿਹਾ ਸਾਨੂੰ ਇਸ ਕਰਕੇ, ਕਿਉਂਕਿ ਸਾਨੂੰ ਸਟੇਟਸ ਨਹੀਂ ਮਿਲ ਰਿਹਾ ਜਿਹੜਾ ਕਿ ਸਾਡੀ ਜੈਨੂਇਨ ਡਿਮਾਂਡ ਹੈ। ਹੁਣ ਜਦੋਂ ਸਟੇਟ ਇਹੋ ਜਿਹੀਆਂ ਹਰਕਤਾਂ ਕਰ ਰਹੀ ਹੈ ਤੇ ਫਿਰ ਸਾਡਾ ਫਰਜ਼ ਬਣਦਾ ਹੈ ਕਿ ਉਹਦੇ ਜਿਹੜਾ ਇੱਕ ਉਹਨਾਂ ਤੋਂ ਆਨਸਰ ਲਈਏ ਕਿ ਦੇ ਆਰ ਆਨਸਰੇਬਲ। ਬਾਰ-ਬਾਰ ਮੇਰੀ ਇਹੀ ਗੱਲ ਹੈ, ਮੈਂ ਸਾਰੇ ਅੱਗੇ ਇਹੀ ਗੱਲ ਰੱਖਦਾ ਕਿ ਦੇਖੋ ਅਸੀਂ ਜਿਹੜੇ ਸਵਾਲ ਨੇ ਜਵਾਬ ਨੇ ਉਹ ਕਿਹਦੇ ਤੋਂ ਕਰਾਂਗੇ? ਮੈਂ ਇਮਰਾਨ ਖਾਨ ਤੋਂ ਕਰ ਨਹੀਂ ਸਕਦਾ, ਕਰਨੇ ਤੋਂ ਅਮਿਤ ਸ਼ਾਹ ਤੋਂ ਨੇ ਤੇ ਜਵਾਬ ਉਹਨੇ ਦੇਣਾ ਹੈ। ਜੇ ਨਹੀਂ ਦੇਗਾ ਦੈਟ ਮੀਨਸ ਉਹਦੇ ਕੋਲ ਜਵਾਬ ਹੈ ਨਹੀਂ, ਉਹ ਕਿਤੇ ਨਾ ਕਿਤੇ ਫੇਲ ਹੋਇਆ ਹੈ। ਜਦੋਂ ਤੁਸੀਂ ਬਾਰ-ਬਾਰ ਇੱਕ ਚੀਜ਼ ਦਾ ਦਾਅਵਾ ਕਰ ਰਹੇ ਹੋ ਕਿ ਸਟੇਬਿਲਿਟੀ ਆ ਗਈ, ਸਟੇਬਿਲਿਟੀ ਆ ਗਈ, ਸਟੇਬਿਲਿਟੀ ਆ ਗਈ ਤੇ ਫਿਰ ਵੀ ਜਿਹੜਾ ਸਟੇਬਿਲਿਟੀ ਕਿਤੇ ਹੈ ਨਹੀਂ, ਅਸੀਂ ਹਰ ਪੱਖੋਂ ਜਿਹੜਾ ਹੈ ਉਹ ਤਬਾਹ ਹੋ ਰਹੇ ਹਾਂ। ਤੇ ਫਿਰ ਇਹ ਜਿਹੜੇ ਅੰਗਦ ਸਿੰਘ ਦਾ ਕੰਮ ਹੈ ਨਾ, ਇਹ ਨੈਚੁਰਲੀ ਬਾਹਰ ਆਉਂਦਾ ਹੈ। ਇਹ ਪੰਜਾਬ ਦੇ ਵਿੱਚ ਖਾਲੜਾ ਵਜੋਂ ਆਇਆ ਸੀ, ਕਿਸੇ ਹੋਰ ਸਟੇਟ 'ਚ ਕਿਸੇ ਵਜੋਂ ਆਉਂਦਾ। ਇਹ ਚੀਜ਼ਾਂ ਫਿਰ ਨੈਚੁਰਲੀ ਇੱਕ ਗੁੱਸਾ ਜਿਹੜਾ ਹੈ ਨਾ ਇਹ ਰੂਪ ਧਾਰਦਾ ਇਸ ਚੀਜ਼ ਦਾ। ਜਿਵੇਂ ਮਿਨੋਰਿਟੀ ਸਟੇਟਸ ਨਹੀਂ ਮਿਲ ਰਿਹਾ ਜੰਮੂ ਕਸ਼ਮੀਰ 'ਚ, ਪੰਜਾਬੀ ਭਾਸ਼ਾ ਨੂੰ ਜਿਹੜਾ ਆ ਉਹ ਹਟਾਇਆ ਗਿਆ ਜਿਵੇਂ, ਤੇ ਇਸ ਤੋਂ ਇਲਾਵਾ ਜਿਹੜੀ ਉਸੇ ਲਗਾਤਾਰ ਜਿਹੜੀ ਗਨ ਫਾਈਟ ਵੀ ਦੇਖਣ ਨੂੰ ਮਿਲਦੀ ਆ, ਭਾਵੇਂ ਫੇਕ ਐਨਕਾਊਂਟਰਸ ਹੋਣ ਭਾਵੇਂ ਸਹੀ ਐਨਕਾਊਂਟਰਸ ਹੋਣ, ਸਿੱਖਾਂ ਦੇ ਹਾਲਾਤ ਕੀ ਨੇ? ਸਿੱਖ ਕਿਵੇਂ ਦਾ ਮਹਿਸੂਸ ਕਰਦੇ ਨੇ ਜੰਮੂ ਕਸ਼ਮੀਰ ਦੇ ਵਿੱਚ? ਦੇਖੋ ਸਾਨੂੰ ਪਤਾ ਹੀ ਕਿ ਸਿੱਖ ਜਿਹੜੀ ਹੈ ਆਲ ਓਵਰ ਇੰਡੀਆ 'ਚ ਹੀ ਮਿਨੋਰਟੀ ਹੈ ਤੇ ਅਕਲੀਅਤ ਜਿਹੜੀ ਹੈ ਹਮੇਸ਼ਾ ਹੀ ਸਫਰ ਕਰਦੀ ਹੈ ਹਾਲਾਤਾਂ ਕਰਕੇ। ਕਸ਼ਮੀਰ ਦੇ ਵਿੱਚ ਜਿਹੜੇ ਹਾਲਾਤ ਨੇ ਉੱਥੇ ਸਾਰੀਆਂ ਕੌਮਾਂ ਨੇ ਸਫਰ ਕੀਤਾ ਹੈ। ਕਸ਼ਮੀਰੀ ਪੰਡਤਾਂ ਨੇ ਸਫਰ ਕੀਤਾ, ਕਸ਼ਮੀਰੀ ਮੁਸਲਮਾਨਾਂ ਨੇ ਸਫਰ ਕੀਤਾ ਤੇ ਐਜ਼ ਇਕੁਅਲ ਕਸ਼ਮੀਰੀ ਸਿੱਖਾਂ ਨੇ ਵੀ ਸਫਰ ਕੀਤਾ ਤੇ ਕਰ ਰਹੇ ਨੇ। ਪਰ ਅਸੀਂ ਕਦੇ ਕਸ਼ਮੀਰ ਛੱਡ ਕੇ ਨਹੀਂ ਗਏ। ਅਸੀਂ ਜੂਝਿਆ ਹਾਲਾਤਾਂ ਦੇ ਵਿੱਚ, ਹਾਲਾਤ ਚੰਗੇ ਸੀ ਮਾੜੇ ਸੀ, ਅਸੀਂ ਰਹੇ ਜੂਝਿਆ, ਕਦੇ ਪਿੱਠ ਨਹੀਂ ਵਿਖਾਈ। ਪਰ ਅੱਜ ਦੇ ਜਿਹੜੇ ਹਾਲਾਤ ਨੇ ਨਾ, ਅੱਜ ਸਰਵਾਈਵਲ ਦੀ ਗੱਲ ਆ ਗਈ ਹੈ ਔਰ ਤੁਸੀਂ ਬੰਦੂਕਾਂ ਦੀ ਗੋਲੀਆਂ 'ਚ ਸਰਵਾਈਵ ਕਰ ਸਕਦੇ ਹੋ, ਬਟ ਜਦੋਂ ਤੁਹਾਡੇ ਜੇਬ 'ਚ ਪੈਸੇ ਨਹੀਂ ਹੋਣਗੇ ਤੁਸੀਂ ਸਰਵਾਈਵ ਕਿੱਦਾਂ ਕਰੋਗੇ? ਹੁਣ ਜਦੋਂ ਗੱਲ ਜੌਬਸ ਰਿਜ਼ਰਵੇਸ਼ਨ ਦੀ ਹੈ, ਹੋਰ ਰਿਜ਼ਰਵੇਸ਼ਨ ਦੀਆਂ, ਦੇਖੋ ਪੰਜਾਬੀ ਲੈਂਗੁਏਜ ਜਿਹੜੀ ਹੈ ਉਹ ਸਾਡੀ ਆਫੀਸ਼ੀਅਲ ਲੈਂਗੁਏਜ ਸੀ। ਯੂ ਕੈਨ ਚੂਜ਼ ਇਟ ਐਜ਼ ਅ ਆਪਸ਼ਨ ਇਨ ਯੂਅਰ ਸਕੂਲਸ ਐਂਡ ਹਾਈ ਸਕੂਲਸ। ਸੀਏ ਸਿਸਟਮ ਹੁਣ ਆਰਟੀਕਲ ਟੁੱਟਦਾ ਹੈ ਤੇ ਤੁਸੀਂ ਉਹ ਸਾਡੀ ਲੈਂਗੁਏਜ ਵੀ ਸਾਡੇ ਤੋਂ ਲੈ ਜਾਂਦੇ ਹੋ ਤੇ ਫਿਰ ਉੱਥੇ ਰਹਿ ਕੇ ਸਿੱਖਾਂ ਨੇ ਕਰਨਾ ਕੀ ਹੈ? ਇਹਨਾਂ ਕਾਰਨਾਂ ਕਰਕੇ, ਹਾਲਾਤਾਂ ਕਰਕੇ, ਕਿਉਂਕਿ ਸਟੇਟ ਫੇਲ ਹੋਈ ਹੈ ਉੱਥੇ ਪੀਸ ਲਿਆਉਣ 'ਚ, ਇੱਕ ਰਿਜ਼ੋਲਵਮੈਂਟ ਲਿਆਉਣ 'ਚ। ਉਹ ਫੇਕ ਕਲੇਮ ਨੇ ਕਿ ਅਸੀਂ ਰਿਜ਼ੋਲਵ ਕਰਤਾ ਸੀ, ਪੀਸ ਲਿਆਤੀ ਜੀ, ਉਹ ਫੇਕ ਕਲੇਮ ਨੇ ਬਿਲਕੁਲ। ਇਹਨਾਂ ਹਾਲਾਤਾਂ ਕਰਕੇ ਸਿੱਖਾਂ ਨੂੰ ਬਾਰ-ਬਾਰ ਨਜ਼ਰਅੰਦਾਜ਼ ਕਰਨ ਕਰਕੇ ਕਸ਼ਮੀਰ ਦੇ ਵਿੱਚ ਅੱਜ ਕਸ਼ਮੀਰੀ ਸਿੱਖਾਂ ਦੀ ਸਾਇਲੈਂਟ ਮਾਈਗ੍ਰੇਸ਼ਨ ਹੋ ਰਹੀ ਹੈ ਤੇ ਸਾਰੇ ਆਪਣੀ ਵੋਟ ਬੈਂਕ ਪਿੱਛੇ ਇਸ ਗੱਲ ਤੇ ਗੱਲ ਨਹੀਂ ਕਰ ਰਹੇ, ਕਿਉਂਕਿ ਮਾਈਨੋਰਿਟੀ ਹੈ। ਮਾਈਨੋਰਿਟੀ ਕੋਈ ਵੋਟ ਬੈਂਕ ਤੇ ਹੈ ਨਹੀਂ, ਤੁਸੀਂ ਕਿਉਂ ਕਿਸ ਲਈ ਗੱਲ ਕਰੋਗੇ ਉਹਦੇ ਲਈ? ਤੇ ਸਾਡੀ ਕੋਈ ਵੋਟ ਬੈਂਕ ਹੈ ਨਹੀਂ, ਇਸ ਕਰਕੇ ਸਾਡੇ ਲਈ ਕੋਈ ਗੱਲ ਵੀ ਨਹੀਂ ਕਰ ਰਿਹਾ। ਤੇ ਜੇ ਅਸੀਂ ਇੱਕ ਹਿਊਮਨਿਟੇਰੀਅਨ ਗਰਾਊਂਡ ਤੇ ਵੇਖੀਏ ਤੇ ਐਵਰੀ ਹਿਊਮਨ ਬੀਇੰਗ ਜਿਹੜਾ ਉਹ ਕਸ਼ਮੀਰ 'ਚ ਸਫਰ ਕਰ ਰਿਹਾ ਹੈ, ਇਨਕਲੂਡਿੰਗ ਮੁਸਲਿਮਸ। ਬੇਸ਼ੱਕ ਜ਼ਿਆਦਾ ਸਫਰ ਕਰ ਰਹੇ ਨੇ ਪਰ ਹਰ ਕੋਈ ਸਫਰ ਕਰ ਰਿਹਾ ਹਾਲਾਤਾਂ ਕਰਕੇ। ਸਟੇਟ ਜਿਹੜੀ ਉਹ ਬਾਰ-ਬਾਰ ਫੇਲ ਹੋਈ ਹੈ, ਭਾਵੇਂ ਕਾਂਗਰਸ ਦੀ ਹੋਵੇ ਭਾਵੇਂ ਬੀਜੇਪੀ ਦੀ ਹੋਵੇ। ਸਟੇਟ ਕਸ਼ਮੀਰ 'ਚ ਹਾਲਾਤ ਠੀਕ ਨਹੀਂ ਕਰ ਸਕੀ, ਸਟੇਟ ਦਾ ਇਹ ਫੇਲੀਅਰ ਹੈ। ਤੇ ਜਿਹੜਾ ਨਇਆ ਕਸ਼ਮੀਰ ਦਾ ਫਲਸਫਾ ਜਿਹੜਾ ਮੋਦੀ ਲੈ ਕੇ ਚੱਲਿਆ ਸੀ ਆਰਟੀਕਲ ਤੋੜਨ ਤੋਂ ਬਾਅਦ, ਉਹ ਬਿਲਕੁਲ ਫੇਲ ਹੋਇਆ। ਕਸ਼ਮੀਰ 'ਚ ਮਿਸਰੀਆਂ ਵਧੀਆਂ ਦੀਆਂ।
ਅੰਗਦ ਸਿੰਘ ਨੇ ਲੋਕਾਂ ਦੀ ਆਵਾਜ਼ ਬਣਨ ਵਾਸਤੇ ਜਾਂ ਆਪਣੀ ਕੌਮ ਦੀ ਆਵਾਜ਼ ਬਣਨ ਵਾਸਤੇ ਜੰਮੂ ਕਸ਼ਮੀਰ ਦੇ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ? ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ ਕਿ ਸਾਡੀ ਕੌਮ ਦਾ ਦੁਖਾਂਤ ਹੈ ਕਿ ਅਸੀਂ ਆਪਣੇ ਨੌਜਵਾਨਾਂ ਦੀ ਸਾਰ ਨਹੀਂ ਲੈਂਦੇ। ਸਾਰਿਆਂ ਨੂੰ ਪਤਾ ਕਿ ਰੀਸੈਂਟਲੀ ਮੈਨੂੰ ਡਿਟੇਨ ਕੀਤਾ ਗਿਆ ਸੀ ਬੋਡੀਆਂ ਦੇ ਕੇਸ 'ਚ, ਤੇ ਬੋਡੀਆਂ ਦੀ ਜਿਹੜੀ ਮੁਹਿੰਮ ਹੈ ਕਸ਼ਮੀਰ 'ਚੋਂ ਮੈਂ ਛੇੜੀ ਹੈ ਕੋਈ 1 ਸਾਲ ਤੋਂ ਕਿ ਬੋਡੀਆਂ ਜਿਹੜੀਆਂ ਵਾਪਸ ਹੋਣੀਆਂ ਚਾਹੀਦੀਆਂ ਨੇ। ਪਰ ਤੁਹਾਨੂੰ ਪਤਾ ਮੇਰੀ ਪਹਿਲੀ ਅਰੈਸਟ 14 ਸਾਲ ਦੀ ਉਮਰ 'ਚ ਹੋਈ ਹੈ ਜਦੋਂ ਜਗਜੀਤ ਸਿੰਘ ਨੂੰ ਜੰਮੂ ਸ਼ਹੀਦ ਕੀਤਾ ਗਿਆ ਸੀ। ਸੰਤਾਂ ਦੀ ਤਸਵੀਰ ਦੇ ਮਾਮਲੇ ਡਿਟੇਨ ਪਹਿਲੀ ਵਾਰ ਮੈਂ ਜਿਹੜਾ ਆਪਣੀ ਲਾਈਫ 'ਚ ਹੋਇਆ ਨਾ, ਉਹ ਜਗਜੀਤ ਸਿੰਘ ਦੇ ਮਸਲੇ ਤੇ ਹੋਇਆ। ਉਹਦੇ ਬਾਅਦ 2 ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ਤੇ ਹੋਇਆ ਡਿਟੇਨ। ਪਰ ਦੁਖਾਂਤ ਇਸ ਗੱਲ ਦਾ ਕਿ ਸਾਡੀ ਕੌਮ ਇਹਨਾਂ ਗੱਲਾਂ ਨੂੰ ਯਾਦ ਨਹੀਂ ਰੱਖਦੀ, ਤੇ ਇਹ ਹਰ ਇੱਕ ਨੌਜਵਾਨ ਜਿਹੜਾ ਕੌਮ ਲਈ ਕੁਝ ਕਰਨਾ ਚਾਹੁੰਦਾ ਉਹਦੀ ਸਾਰ ਨਹੀਂ ਲੈਂਦੀ। ਤਾਂ ਕਰਕੇ ਕਿਤੇ ਨਾ ਕਿਤੇ ਫਿਰ ਉਹ ਜਿਹੜੀਆਂ ਦੂਜੀਆਂ ਪਾਰਟੀਆਂ, ਜਿਹੜੀਆਂ ਐਂਟੀ ਸਿੱਖ ਪਾਰਟੀਆਂ ਨੇ, ਉਹਦੇ ਦੇ ਵੱਲ ਜਿਹੜਾ ਉਹ ਆਕਰਸ਼ਿਤ ਹੁੰਦਾ, ਪ੍ਰੇਰਿਤ ਹੁੰਦਾ ਹੈ। ਤੇ ਸਾਡੀ ਕੌਮ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਯਾਰ ਜੋ ਨੌਜਵਾਨ ਕੰਮ ਕਰ ਰਹੇ ਨੇ, ਗੱਲ ਕਰ ਰਹੇ ਨੇ, ਉਹਨਾਂ ਨੇ ਕਿੰਨਾ ਸਫ਼ਰ ਕੀਤਾ ਹੈ, ਉਹਨਾਂ ਨੇ ਕਿੰਨੀਆਂ ਚੀਜ਼ਾਂ ਫੇਸ ਕੀਤੀਆਂ ਨੇ। ਅੱਜ 1.5 ਸਾਲ ਹੋ ਗਿਆ ਮੈਂ ਪਾਸਪੋਰਟ ਲਈ ਅਪਲਾਈ ਕੀਤਾ, ਬਟ ਆਈ ਐਮ ਨਾਟ ਗੈਟਿੰਗ ਮਾਈ ਪਾਸਪੋਰਟ। ਮੇਰਾ ਹੀ ਪਲਾਨ ਸੀ ਕਿ ਯਾਰ ਮੈਂ ਬਾਹਰ ਚਲੇ ਜਾਵਾਂ, ਮੇਰੀ ਕਾਫੀ ਫੈਮਿਲੀ ਜਿਹੜੀ ਹੈ ਬਾਹਰ ਸੈਟਲ ਹੈ, ਬਟ ਆਪਣੇ ਇੰਨਾ ਕਮਾ ਕਰਕੇ ਮੇਰਾ ਪਾਸਪੋਰਟ ਨਹੀਂ ਮਿਲ ਰਿਹਾ। ਹੁਣ ਤੇ ਰੀਸੈਂਟਲੀ ਮੈਨੂੰ ਲੱਗਦਾ ਕਿ ਜਿਹਦੇ ਕਰਕੇ ਮੈਂ ਇੱਕ ਹਿਊਮਨ ਰਾਈਟ ਰਿਲੇਸ਼ਨ ਮੁੱਦਾ ਸੀ, ਹਿਊਮਨ ਰਾਈਟ ਵਾਇਓਲੇਸ਼ਨ ਦਾ ਮੁੱਦਾ ਸੀ, ਜਿਹਦੇ ਕਰਕੇ ਮੇਰੀ ਅਰੈਸਟ ਹੋਈ ਹੈ। ਬਟ ਜਿਹੜੀ ਮੇਰੀ ਪਹਿਲਾਂ ਅਰੈਸਟ ਹੋਈਆਂ ਨੇ, ਮੈਜੋਰਟੀ ਅਰੈਸਟ ਉਹ ਸਿੱਖ ਸੈਂਟਰ ਇਸ਼ੂਜ਼ ਕਰਕੇ ਹੋਈਆਂ ਨੇ। ਪਰ ਦੁਖਾਂਤ ਇਸ ਗੱਲ ਦਾ ਕਿ ਫਿਰ ਵੀ ਬਾਰ-ਬਾਰ ਇਹਨਾਂ ਸਮਝਾਉਣ ਤੋਂ ਬਾਅਦ ਬਾਪੂ ਸੂਰਤ ਸਿੰਘ ਦਾ ਮੁੱਦਾ ਸੀ, ਭਾਈ ਗੁਰਭਗਤ ਸਿੰਘ ਦਾ ਮੁੱਦਾ ਸੀ, ਅਸੀਂ ਹਮੇਸ਼ਾ ਹੀ ਮੁੱਦੇ ਜਿਹੜੇ ਬੁਲੰਦ ਕਰਦੇ ਰਹੇ ਹਾਂ। ਪੰਜਾਬ 'ਚ ਕਿਸਾਨ ਅੰਦੋਲਨ ਚੱਲ ਰਿਹਾ ਸੀ, ਮੈਂ 4 ਵਾਰੀ 5 ਵਾਰੀ ਕਿਸਾਨ ਅੰਦੋਲਨ 'ਚ ਹੋ ਕੇ ਆਇਆ ਇੱਥੇ। 26 ਜਨਵਰੀ ਨੂੰ ਅਸੀਂ ਕਿਸਾਨਾਂ ਨਾਲ ਜਿਹੜਾ ਉੱਥੇ ਗਏ ਹਾਂ, ਕਾਫੀ ਜ਼ਿਆਦਾ ਸਾਨੂੰ ਜਿਹੜਾ ਉਹਦੇ ਵਿੱਚ ਜ਼ਖਮੀ ਵੀ ਅਸੀਂ ਹੋਏ ਹਾਂ ਉਸ ਦੌਰਾਨ। ਪਰ ਚੱਕਰ ਇਹ ਹੈ ਕਿ ਸਾਡੀ ਕੌਮ ਜਿਹੜਾ ਨਾ ਉਹ ਆਪਣੇ ਨੌਜਵਾਨਾਂ ਦੀ ਸਾਰ ਨਹੀਂ ਲੈ ਰਹੀ। ਮੈਨੂੰ ਇਹ ਲੱਗਦਾ ਕਿ ਜਿਹੜੇ ਨੌਜਵਾਨ ਸਿੱਖ ਐਕਟਿਵਿਜ਼ਮ 'ਚ ਬਿਲੀਵ ਕਰਦੇ ਨੇ ਜਾਂ ਸਿੱਖ ਐਕਟਿਵਿਜ਼ਮ ਕਰ ਰਹੇ ਨੇ, ਕਿਤੇ ਨਾ ਕਿਤੇ ਉਹ ਸਾਲ 2 ਸਾਲ 3 ਸਾਲ ਬਾਅਦ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਨੇ। ਤੇ ਫੀਲ ਦੈਟ ਦੇ ਆਰ ਕੰਟਰੀਗੇਟਡ, ਉਹਨਾਂ ਦੇ ਕੋਲ ਰਿਸੋਰਸ ਕੋਈ ਹੈ ਨਹੀਂ, ਉਹਨੂੰ ਕੋਈ ਬੈਕ ਨਹੀਂ ਕਰ ਰਿਹਾ। ਜਿਹੜੇ ਸਾਡੇ ਜਥੇਬੰਦੀਆਂ ਨੇ ਉਹਨਾਂ ਦਾ ਵੀ ਸੋਰਸ ਲਿਮਿਟਡ ਨੇ, ਉਹ ਤੁਹਾਨੂੰ ਇੱਕ ਸਟੇਜ ਦੇ ਰਹੇ ਨੇ। ਪਰ ਸਾਡੇ ਨੌਜਵਾਨਾਂ ਨੂੰ ਵੀ ਜਿਹੜਾ ਨਾ ਇੱਕ ਆਪਣਾ ਮਾਈਂਡ ਪ੍ਰਿਪੇਅਰ ਕਰਨਾ ਪਏਗਾ ਕਿ ਜਿਹੜਾ ਐਕਟਿਵਿਜ਼ਮ ਹੈ, ਸਿੱਖ ਰਿਲੇਟਡ ਐਕਟਿਵਿਜ਼ਮ, ਤੁਹਾਨੂੰ ਕਿਸ ਤਰ੍ਹਾਂ ਕਰਨਾ ਹੈ। ਤੁਸੀਂ ਕੋਈ ਆਪਣੀ ਵੱਡੀ ਅਪਰੋਚ ਨਾ ਰੱਖੋ, ਤੁਸੀਂ ਇੱਕ ਦਿਨ 'ਚ ਕੋਈ ਤਾਰੇ ਤੋੜਨ ਦੀ ਗੱਲ ਨਾ ਕਰੋ। ਬਟ ਜਿਹੜੇ ਤੁਹਾਡੇ ਲੋਕਲ ਇਸ਼ੂ ਨੇ, ਜਿਹੜੇ ਸਿੱਖ ਸੈਂਟਰਿਕ ਇਸ਼ੂ ਨੇ, ਉਹਨਾਂ 'ਤੇ ਗੱਲ ਕਰੋ, ਗੱਲ ਕਰਨਾ ਛੱਡੋ ਨਾ। ਸਿੱਖ ਪੋਲੀਟੀਕਲ ਪ੍ਰਿਜ਼ਨਰਸ ਨੇ, ਤੁਹਾਡੇ ਕੋਲ ਇੱਕ ਸੋਸ਼ਲ ਮੀਡੀਆ ਬਹੁਤ ਵਧੀਆ ਪਲੇਟਫਾਰਮ ਹੈ, ਤੁਸੀਂ ਉਹਨਾਂ ਦੀ ਗੱਲ ਕਰ ਸਕਦੇ ਹੋ। ਤੁਹਾਡੇ ਕੋਲ ਹੋਰ ਵੀ ਪਲੇਟਫਾਰਮ ਨੇ, ਤੁਸੀਂ ਉਹਨਾਂ ਦੀ ਗੱਲ ਕਰ ਸਕਦੇ ਹੋ। ਪਰ ਲਿਖਣ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਤੁਹਾਨੂੰ 10 ਵਾਰੀ ਸੁਣਨਾ ਪਏਗਾ ਕਿ ਮੈਂ ਲਿਖ ਕੀ ਰਿਹਾ ਹਾਂ, ਤੇ ਮੇਰੇ ਲਿਖਣ ਨਾਲ ਮੈਨੂੰ ਪ੍ਰੋਬਲਮ ਹੋ ਸਕਦੀ ਹੈ ਜਾਂ ਮੇਰੇ ਲਿਖਣ ਨਾਲ ਕੌਮ ਨੂੰ ਫਾਇਦਾ ਹੋ ਸਕਦਾ ਹੈ। ਇਹ ਚੀਜ਼ਾਂ ਸਾਨੂੰ ਜਿਹੜੀਆਂ ਸੋਚਣੀ ਪੈਣਗੀਆਂ। ਤੇ ਮੈਂ ਸਿੱਖਾਂ ਨੂੰ ਖਾਸ ਤੌਰ 'ਤੇ ਅਪੀਲ ਕਰਦਾ ਕਿ ਜਿਹੜੇ ਨੌਜਵਾਨ ਪੰਥ ਪ੍ਰਤੀ ਗੱਲ ਕਰ ਰਹੇ ਨੇ, ਹੋ ਸਕਦਾ ਹੈ ਕਿ ਉਹ ਸੱਚੇ ਨਾ ਹੋਣ, ਹੋ ਸਕਦਾ ਉਹ ਧਾਰਮਿਕ ਪੱਖੋਂ ਪੱਕੇ ਨਾ ਹੋਣ, ਪਰ ਉਹਨਾਂ ਦੇ ਵਿੱਚ ਇੱਕ ਐਸਪੀਰੇਸ਼ਨ ਹੈ, ਉਹਨਾਂ ਦੇ ਵਿੱਚ ਇੱਕ ਦਰਦ ਹੈ। ਤੁਸੀਂ ਉਹਨੂੰ ਨਿਖਾਰ ਸਕਦੇ ਹੋ, ਗਰੂਮ ਕਰ ਸਕਦੇ ਹੋ ਜੇ ਅੱਗੇ ਹੋ ਕੇ ਉਹਦਾ ਹੱਥ ਫੜੋ। ਪਰ ਅਨਫੋਰਚੂਨੇਟਲੀ ਜਿੱਥੇ ਪੋਲੀਟੀਕਲ ਬੈਗ ਦੀ ਗੱਲ ਹੁੰਦੀ ਹੈ, ਜਿੱਥੇ ਮਨੀ ਪਾਵਰ ਦੀ ਗੱਲ ਹੁੰਦੀ ਹੈ, ਜਿਹੜੇ ਉਹ ਸੱਚੇ ਤੇ ਜਿਹੜੇ ਉਹ ਨੌਜਵਾਨ ਕੁਝ ਕਰਨਾ ਚਾਹੁੰਦੇ ਨੇ, ਅਸੀਂ ਉਹ ਪਿੱਛੇ ਰਹਿ ਜਾਂਦੇ ਨੇ, ਤੇ ਜਿਹੜੇ ਪੋਲੀਟੀਕਲ ਪਾਵਰ ਗੇਨ ਕਰਨ ਲਈ ਨੌਜਵਾਨ ਹੁੰਦੇ ਨੇ ਉਹ ਅੱਗੇ ਚਲੇ ਜਾਂਦੇ ਨੇ। ਇਹ ਕੌਮ ਦਾ ਦੁਖਾਂਤ ਹੈ। ਮੈਂ ਐਗਜ਼ਾਮਪਲ ਦੇ ਰਿਹਾ ਸਰਦਾਰ ਸਿਮਰਜੀਤ ਸਿੰਘ ਮਾਨ ਦੀ। ਸਾਰੇ ਹੀ ਅੱਜ ਸਿੰਗਰਾਂ ਨੂੰ ਗਾਲਾਂ ਕੱਢਦੇ ਆ ਕਿ ਉਹਨਾਂ ਨੇ ਫਲਾਣੀ ਪਾਰਟੀ ਜੁਆਇਨ ਕਰ ਲਈ, ਉਹ ਕਰ ਲਿਆ, ਇਹ ਕਰ ਲਿਆ। ਪਰ ਦੁੱਖ ਇਸ ਗੱਲ ਦਾ ਯਾਰ, ਜਿਸ ਬੰਦੇ ਦੀ ਪਾਰਟੀ 'ਚੋਂ ਪੰਜਾਬ ਦੇ ਫਾਰਮਰ ਤੇ ਪ੍ਰੈਜ਼ੈਂਟ ਚੀਫ ਮਿਨਿਸਟਰ ਨਿਕਲੇ ਨੇ, ਉਹਨਾਂ ਦੀ ਪਾਰਟੀ 'ਚੋਂ ਨਿਕਲੇ ਨੇ, ਅੱਜ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਕਿੰਨੀ ਸ਼ਰਮ ਦੀ ਗੱਲ ਹੈ ਕਿ ਜਿਹੜਾ ਬੰਦਾ ਜੇਲ੍ਹ 'ਚ ਬੈਠ ਕੇ ਇਲੈਕਸ਼ਨ ਜਿੱਤ ਜਾਂਦਾ, ਅੱਜ ਉਹਦੀ ਜ਼ਮਾਨਤ ਜ਼ਬਤ ਹੋ ਜਾਂਦੀਆਂ ਨੇ। ਕੱਲ੍ਹ ਨੂੰ ਜਦੋਂ ਪਰਮਾਤਮਾ ਅੱਗੇ ਪੇਸ਼ ਹੋਣਾ ਹੈ ਮਾਨ ਸਾਹਿਬ ਨੇ, ਤੇ ਬਾਕੀਆਂ ਨੇ ਵੀ ਹੋਣਾ ਹੈ, ਮਾਨ ਸਾਹਿਬ ਨੂੰ ਸਵਾਲ ਨਹੀਂ ਕੀਤਾ ਜਾਏਗਾ ਕਿ ਤੂੰ ਆਪਣਾ ਸਟੈਂਡ ਚੇਂਜ ਕਿਉਂ ਕੀਤਾ। ਸਵਾਲ ਸਿੱਖਾਂ ਨੂੰ ਕੀਤਾ ਜਾਏਗਾ ਕਿ ਤੁਸੀਂ ਆਪਣੇ ਲੀਡਰ ਦਾ ਜਿਹੜਾ ਇੱਕ ਰੁਤਬਾ ਕਾਇਮ ਕਿਉਂ ਨਹੀਂ ਕੀਤਾ। ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ। ਅੱਜ ਨੌਜਵਾਨ ਡਰਦਾ ਹੈ ਗੱਲ ਕਰਨ ਤੋਂ। ਮੈਂ ਹੁਣ ਮੇਰੇ ਮਨ 'ਚ ਇੰਸਪੀਰੇਸ਼ਨ ਹੈ ਕਿ ਮਾਨ ਸਾਹਿਬ ਬਣ ਜਾ, ਪਰ ਫਿਰ ਮੈਂ ਯਾਰ ਇਹ ਵੀ ਸੋਚਦਾ ਕਿ ਮਾਨ ਸਾਹਿਬ ਨੂੰ ਕੌਮ ਨੇ ਖੱਜਲ ਕਰਤਾ ਯਾਰ। ਉਹ ਵਿਚਾਰਾ ਰੈਲੀਆਂ 'ਚ ਉਹਦੀ ਇੰਨਾ ਇਕੱਠ ਨਹੀਂ ਹੁੰਦਾ, ਤੇ ਸਿੰਗਰਾਂ ਦੇ ਖਾੜਿਆਂ ਜਿਹੜਾ ਇੰਨਾ ਬੰਦਾ ਹੁੰਦਾ ਹੈ। ਦਲ ਖਾਲਸਾ ਦੇ ਲੀਡਰ ਨੇ, ਤੁਸੀਂ ਉਹਦੀ ਕ੍ਰੈਡੀਬਿਲਿਟੀ ਵੇਖੋ। 17 ਸਾਲ ਲੀਡਰਾਂ ਨੇ ਜੇਲ੍ਹਾਂ ਕੱਟੀਆਂ ਨੇ। ਭਾਈ ਸਤਨਾਮ ਸਿੰਘ ਵਰਗੇ, ਭਾਈ ਕੰਵਰਪਾਲ ਸਿੰਘ ਵਰਗੇ, ਭਾਈ ਹਰਪਾਲ ਸਿੰਘ ਚੀਮੇ ਵਰਗੇ, ਇਹ ਲੋਕ ਸਾਡੀ ਕੌਮ ਦੇ ਹੀਰੇ ਨੇ। ਪਰ ਅਸੀਂ ਇਹਨਾਂ ਦੀ ਯਾਰ ਸਾਰ ਨਹੀਂ ਲੈ ਰਹੇ, ਅਸੀਂ ਇਹਨਾਂ ਦੇ ਪਿੱਛੇ ਚੱਲ ਨਹੀਂ ਰਹੇ। ਫਿਰ ਅਸੀਂ ਚੱਲਣਾ ਕਿਹਦੇ ਪਿੱਛੇ ਹੈ? ਜਿਹੋ ਜਿਹੇ ਸਾਡੇ ਰਹਿਬਰ ਹੋਣਗੇ ਨਾ, ਇਹੋ ਜਿਹੀ ਸਾਡੀ ਕੌਮ ਵੀ ਹੋਏਗੀ। ਅਸੀਂ ਮਾਰ ਤਾਂ ਕਰਕੇ ਖਾ ਰਹੇ ਹਾਂ ਕਿਉਂਕਿ ਸਾਡੇ ਰਹਿਬਰ ਉਹਨੇ ਜਿਹੜੇ ਅੱਜ ਨਸ਼ੇ ਦੀ ਜਿਹੜੀ ਹੈ ਨਾ ਉਹ ਤਸਕਰੀਆਂ ਕਰ ਰਹੇ ਨੇ, ਜਿਹੜੇ ਅੱਜ ਪੰਥ ਨੂੰ ਵੇਚ ਰਹੇ ਨੇ। ਜਿਹੜੇ ਸਾਡੇ ਰਹਿਬਰ ਸਾਡੇ ਸਾਹਮਣੇ ਨੇ, ਅਸੀਂ ਉਹਨੂੰ ਪਛਾਣ ਨਹੀਂ ਰਹੇ। ਯਾਰ ਕਿੰਨਾ ਨੌਜਵਾਨਾਂ ਨੂੰ ਪਤਾ ਹੈ ਕਿ ਦਲਜੀਤ ਸਿੰਘ ਬਿੱਟੂ ਕੌਣ ਹੈ? ਸ਼ਰਮ ਵਾਲੀ ਗੱਲ ਹੈ ਕਿ ਸਾਡੇ ਨੌਜਵਾਨਾਂ ਨੂੰ ਇਹ ਚੀਜ਼ਾਂ ਪਤਾ ਨਹੀਂ ਨੇ, ਤੇ ਦੱਸਣੀਆਂ ਫਿਰ ਕੀ ਨਹੀਂ ਨੇ ਯਾਰ। ਜੇ ਅੱਜ ਕੌਮ ਮਾਨ ਸਾਹਿਬ ਵੱਲ ਵੇਖ ਕੇ ਉਹ ਵੇਖਦੀ ਹੈ ਯਾਰ ਉਹ ਬੰਦੇ ਨੇ ਇੰਨਾ ਸੈਕਰੀਫਾਈਸ ਕੀਤਾ ਹੈ, ਇੰਨਾ ਐਜੂਕੇਟਡ ਹੈ, ਉਹਦੇ ਕੋਲ ਇੰਨਾ ਵੱਡਾ ਇੱਕ ਸਟੈਂਡਰਡ ਸੀ, ਤੇ ਅੱਜ ਉਸ ਲੈਵਲ ਤੇ ਆ ਗਿਆ ਕਿ ਯਾਰ ਉਹਦੀ ਕੋਈ ਗੱਲ ਨਹੀਂ ਸੁਣ ਰਿਹਾ। ਕੱਲ੍ਹ ਨੂੰ ਕੌਮ ਲਈ ਕੌਣ ਗੱਲ ਕਰੇਗਾ ਯਾਰ? ਲੋਕ ਡਰ ਰਹੇ ਨੇ। ਸਵਾਲ ਇਹ ਹੁੰਦਾ ਕਿ ਨੌਜਵਾਨ ਬਾਹਰ ਕਿਉਂ ਜਾ ਰਹੇ ਨੇ, ਪੰਜਾਬ ਨੂੰ ਛੱਡ ਕੇ ਕਿਉਂ ਜਾ ਰਹੇ ਨੇ? ਉਹ ਹੋਪਲੈਸ ਨੇ। ਸਾਡੀ ਸੰਗਤਾਂ ਨੂੰ, ਸਾਡੀ ਕੌਮ ਨੂੰ ਇਹ ਚੀਜ਼ ਸੋਚਣੀ ਪਏਗੀ ਕਿ ਤੁਸੀਂ ਕਿਹਨਾਂ ਨੂੰ ਚੁਣ ਕੇ ਅੱਗੇ ਕਰ ਰਹੇ ਹੋ, ਤੁਸੀਂ ਕਿਹਨਾਂ ਦੀ ਹਿਮਾਇਤ ਭਰ ਰਹੇ ਹੋ। ਨਹੀਂ ਤੇ ਅੱਗੇ ਜਾ ਕੇ ਕਿਸੇ ਨੇ ਕੌਮ ਦੀ ਗੱਲ ਨਹੀਂ ਕਰਨੀ। ਸਾਡੇ ਇਹੋ ਜਿਹੇ ਨੌਜਵਾਨ ਜਿਹੜੇ ਜਿਹਨਾਂ ਦੇ ਕੋਲ ਇੱਕ ਪੋਟੈਂਸ਼ੀਅਲ ਹੈ ਗੱਲ ਕਰਨ ਦੀ, ਅੱਗੇ ਜਿਹੜੇ ਸਟੇਜਾਂ ਦੇ ਉੱਤੇ ਕੌਮ ਦੀ ਵੱਡੇ ਲੈਵਲ 'ਤੇ ਗੱਲ ਕਰ ਸਕਦੇ ਨੇ, ਕੋਈ ਉਹਨਾਂ ਦੀ ਸਾਰ ਨਹੀਂ ਲੈ ਰਿਹਾ, ਕੋਈ ਉਹਨੂੰ ਪੈਂਪਰ ਨਹੀਂ ਕਰ ਰਿਹਾ। ਇਹ ਸਾਡੀ ਕੌਮ ਨੂੰ ਅੱਜ ਇਕੱਠਿਆਂ ਹੋ ਕੇ ਨਾ ਇੱਕ ਸਾਰਿਆਂ ਨੂੰ ਸਿਰ ਜੋੜ ਕੇ ਗੱਲ ਸੋਚਣੀ ਪਏਗੀ। ਧੰਨਵਾਦ। ਥੈਂਕ ਯੂ।